ਮੇਰੀ ਭੈਣ ਦਾ ਵਿਆਹ ਹੋਇਆ ਤਾਂ ਮੈਂ ਕੁਝ ਦਿਨਾਂ ਲਈ ਉਸਦੇ ਘਰ ਰਹਿਣ ਲਈ ਚਲੇ ਗਈ, ਕਿਉਂਕਿ ਮੇਰੇ ਜੀਜਾ ਜੀ ਕੰਮ 'ਤੇ ਚਲੇ ਜਾਂਦੇ ਸਨ ਤੇ ਮੇਰੀ ਭੈਣ ਘਰ ਇਕੱਲੀ ਰਹਿ ਜਾਂਦੀ ਸੀ। ਉਸ ਨੂੰ ਚੰਗਾ ਨਹੀਂ ਲੱਗਦਾ ਸੀ, ਇਸ ਲਈ ਉਸਨੇ ਮੈਨੂੰ ਕੁਝ ਦਿਨਾਂ ਲਈ ਆਪਣੇ ਘਰ ਬੁਲਾ ਲਿਆ। ਪਰ ਆਪਣੀ ਭੈਣ ਦੇ ਘਰ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਮੈਂ ਪ੍ਰੈਗਨੈਂਟ ਹੋ ਗਈ। DNA ਟੈਸਟ ਵਿੱਚ ਜੋ ਰਿਪੋਰਟ ਆਈ ਉਸ ਨੂੰ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਇਹ ਬੱਚਾ ਤਾਂ ਮੇਰੀ ਭੈਣ ਦਾ ਵਿਆਹ ਸੀ ਤੇ ਮੈਂ ਬਹੁਤ ਜ਼ਿਆਦਾ ਖੁਸ਼ ਸੀ, ਪਰ ਮੇਰੀ ਭੈਣ ਬਹੁਤ ਜ਼ਿਆਦਾ ਦੁਖੀ ਸੀ। ਹਰ ਕੁੜੀ ਵਿਆਹ ਤੋਂ ਬਾਅਦ ਆਪਣੇ ਘਰ ਵਾਲਿਆਂ ਤੋਂ ਦੂਰ ਰਹਿਣ ਬਾਰੇ ਸੋਚ ਕੇ ਦੁਖੀ ਹੁੰਦੀ ਹੈ। ਅਸੀਂ 2 ਭੈਣਾਂ ਤੇ 1 ਭਰਾ ਸੀ। ਮੇਰੀ ਭੈਣ ਨਿਸ਼ਾ ਮੈਥੋਂ 2 ਸਾਲ ਵੱਡੀ ਸੀ, ਇਸੇ ਲਈ ਸਾਡੇ ਵਿੱਚ ਦੋਸਤੀ ਵੀ ਕਾਫੀ ਸੀ। ਮੈਂ ਵੀ ਆਪਣੀ ਭੈਣ ਦੀ ਵਿਦਾਈ ਬਾਰੇ ਸੋਚ ਕੇ ਦੁਖੀ ਹੋ ਜਾਂਦੀ ਕਿ ਉਹ ਚਲੇ ਜਾਵੇਗੀ ਤਾਂ ਮੈਂ ਇਕੱਲੀ ਰਹਿ ਜਾਵਾਂਗੀ। ਉਹ ਵੀ ਮੇਰੇ ਤੋਂ ਦੂਰ ਰਹਿਣ ਬਾਰੇ ਸੋਚ ਕੇ ਉਦਾਸ ਹੋ ਜਾਂਦੀ ਸੀ। ਵਿਆਹ ਤੋਂ ਬਾਅਦ ਜਦ ਉਸਦੀ ਵਿਦਾਈ ਹੋ ਰਹੀ ਸੀ ਤਾਂ ਉਹ ਮੈਨੂੰ ਗਲੇ ਲਗਾ ਕੇ ਬਹੁਤ ਰੋਈ। ਮੇਰੇ ਜੀਜਾ ਜੀ ਨੇ ਜਦ ਮੇਰੀ ਭੈਣ ਨੂੰ ਰੋਂਦੇ ਹੋਏ ਦੇਖਿਆ ਤਾਂ ਉਹ ਮੇਰੀ ਮਾਂ ਨੂੰ ਕਹਿਣ ਲੱਗੇ ਕਿ ਤੁਸੀਂ ਸੁਮਨ ਨੂੰ ਵੀ ਨਾਲ ਹੀ ਭੇਜ ਦਿਓ। ਸੁਮਨ ਨਾ ਰਹੇਗੀ ਤਾਂ ਨਿਸ਼ਾ ਦਾ ਵੀ ਦਿਲ ਲੱਗਿਆ ਰਹੇਗਾ, ਨਹੀਂ ਤਾਂ ਇਹ ਹਰ ਵਕਤ ਉਦਾਸ ਰਹੇਗੀ। ਮਾਂ ਨੇ ਮੈਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ ਤੇ ਨਾਲ ਹੀ ਕਿਹਾ ਕਿ ਭੈਣ ਦੇ ਘਰ ਇੰਨੇ ਦਿਨ ਨਹੀਂ ਰਹਿੰਦੇ, ਕੁਝ ਦਿਨਾਂ ਬਾਅਦ ਵਾਪਸ ਆ ਜਾਵੀਂ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਆਪਣੀ ਭੈਣ ਦੇ ਨਾਲ ਉਸਦੇ ਸਸੁਰਾਲ ਆ ਗਈ। ਘਰ ਵਿੱਚ ਮੇਰੇ ਜੀਜਾ ਜੀ ਤੋਂ ਇਲਾਵਾ ਕੋਈ ਨਹੀਂ ਸੀ, ਕਿਉਂਕਿ ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸਨ ਤੇ ਉਹਨਾਂ ਦੇ ਮਾਤਾ-ਪਿਤਾ ਬਹੁਤ ਪਹਿਲਾਂ ਹੀ ਗੁਜ਼ਰ ਗਏ ਸਨ। ਰਾਤ ਨੂੰ ਮੈਂ ਦੂਸਰੇ ਕਮਰੇ ਵਿੱਚ ਸੌਣ ਲਈ ਚਲੇ ਗਈ। ਮੈਨੂੰ ਬਿਸਤਰ 'ਤੇ ਪਏ ਹੋਏ ਹਜੇ ਅੱਧਾ ਘੰਟਾ ਹੀ ਹੋਇਆ ਸੀ ਕਿ ਮੇਰੇ ਦਰਵਾਜ਼ੇ 'ਤੇ ਕਿਸੇ ਨੇ ਦਸਤਕ ਦਿੱਤੀ। ਮੈਂ ਡਰ ਗਈ। ਮੈਂ ਸੋਚਣ ਲੱਗੀ ਕਿ ਨਿਸ਼ਾ ਦੀਦੀ ਤੇ ਜੀਜਾ ਜੀ ਤਾਂ ਆਪਣੇ ਕਮਰੇ ਵਿੱਚ ਹੋਣਗੇ, ਤਾਂ ਮੇਰਾ ਦਰਵਾਜ਼ਾ ਕੌਣ ਖੜਕਾ ਰਿਹਾ ਹੈ। ਜਦ ਮੈਂ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਮੇਰੇ ਜੀਜਾ ਜੀ ਦੀ ਆਵਾਜ਼ ਆਈ ਕਿ ਸੁਮਨ ਦਰਵਾਜ਼ਾ ਖੋਲ੍ਹ। ਮੇਰੇ ਦਿਲ ਦੀ ਧੜਕਣ ਹੋਰ ਤੇਜ਼ ਹੋ ਗਈ। ਮੈਂ ਮਜਬੂਰਨ ਬੈੱਡ ਤੋਂ ਉੱਠ ਕੇ ਦਰਵਾਜ਼ਾ ਖੋਲ੍ਹ ਦਿੱਤਾ। ਉਹਨਾਂ ਨੇ ਕਿਹਾ ਕਿ ਤੇਰੀ ਭੈਣ ਬਹੁਤ ਰੋ ਰਹੀ ਹੈ ਤੇ ਤੈਨੂੰ ਬੁਲਾ ਰਹੀ ਹੈ। ਤੂੰ ਐਵੇਂ ਕਰ, ਤੂੰ ਉਸਦੇ ਨਾਲ ਸੌਂ ਜਾ ਤੇ ਮੈਂ ਇਸ ਕਮਰੇ ਵਿੱਚ ਸੌਂ ਜਾਂਦਾ ਹਾਂ। ਮੈਨੂੰ ਜੀਜਾ ਜੀ ਦੀ ਇਹ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ, ਪਰ ਨਾ ਚਾਹੁੰਦੇ ਹੋਏ ਵੀ ਮੈਂ ਆਪਣੀ ਭੈਣ ਦੇ ਕਮਰੇ ਵਿੱਚ ਗਈ। ਉਹ ਬੈਠੀ ਆਪਣੇ ਹੰਝੂ ਪੂੰਝ ਰਹੀ ਸੀ। ਮੈਂ ਕਿਹਾ, ਦੀਦੀ ਕੀ ਹੋਇਆ, ਤੁਸੀਂ ਰੋ ਕਿਉਂ ਰਹੇ ਹੋ? ਉਸਨੇ ਕਿਹਾ, ਸੁਮਨ ਅੱਜ ਰਾਤ ਤੂੰ ਮੇਰੇ ਕੋਲ ਸੌਂ ਜਾ, ਮੈਨੂੰ ਅਜੀਬ ਜਿਹੀ ਘੁਟਨ ਜਿਹੀ ਮਹਿਸੂਸ ਹੋ ਰਹੀ ਹੈ। ਮੈਂ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਦੀਦੀ ਅੱਜ ਦੀ ਰਾਤ ਮੇਰਾ ਤੁਹਾਡੇ ਕੋਲ ਸੌਣਾ ਠੀਕ ਨਹੀਂ, ਜੀਜਾ ਜੀ ਕੀ ਸੋਚਣਗੇ। ਮੇਰੀ ਗੱਲ ਸੁਣ ਕੇ ਦੀਦੀ ਨੇ ਕਿਹਾ ਕਿ ਮੇਰੇ ਸਿਰ ਵਿੱਚ ਬਹੁਤ ਦਰਦ ਹੋ ਰਿਹਾ ਹੈ, ਤੇਰਾ ਮੇਰੇ ਨਾਲ ਸੌਣ 'ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਮੈਂ ਆਪਣੀ ਭੈਣ ਦੇ ਕਹਿਣ 'ਤੇ ਉਸ ਨਾਲ ਪੈ ਗਈ, ਪਰ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ। ਇਹੀ ਸੋਚਦੇ ਸੋਚਦੇ ਮੈਨੂੰ ਨੀਂਦ ਆ ਗਈ। ਜਦ ਮੈਂ ਸਵੇਰੇ ਉੱਠੀ ਤਾਂ ਮੇਰੀ ਦੀਦੀ ਅਜੇ ਸੁੱਤੀ ਪਈ ਸੀ। ਮੈਂ ਉੱਠ ਕੇ ਕਮਰੇ ਤੋਂ ਬਾਹਰ ਆਈ ਤਾਂ ਮੈਨੂੰ ਰਸੋਈ ਵਿੱਚੋਂ ਆਵਾਜ਼ ਆ ਰਹੀ ਸੀ, ਜਿਵੇਂ ਕਿ 2 ਲੋਕ ਗੱਲਾਂ ਕਰ ਰਹੇ ਹੋਣ। ਉਹਨਾਂ ਆਵਾਜ਼ਾਂ ਨੂੰ ਸੁਣ ਕੇ ਮੈਂ ਵੀ ਰਸੋਈ ਵਿੱਚ ਗਈ। ਰਸੋਈ ਵਿੱਚ ਜਾ ਕੇ ਦੇਖਿਆ ਤਾਂ ਜੀਜਾ ਜੀ ਨਾਸ਼ਤਾ ਬਣਾ ਰਹੇ ਸਨ ਤੇ ਉਹ ਔਰਤ, ਜੋ ਕਿ ਸ਼ਾਇਦ ਉਹਨਾਂ ਦੀ ਨੌਕਰਾਣੀ ਸੀ, ਭਾਂਡੇ ਧੋ ਰਹੀ ਸੀ। ਮੈਨੂੰ ਦੇਖਦੇ ਹੀ ਕਹਿਣ ਲੱਗੀ ਕਿ ਤੁਹਾਡੀ ਪਤਨੀ ਤਾਂ ਬਹੁਤ ਸੋਹਣੀ ਹੈ। ਉਹ ਸਮਝੀ ਕਿ ਮੈਂ ਹੀ ਇਸ ਘਰ ਦੀ ਬਹੂ ਹਾਂ। ਜੀਜਾ ਜੀ ਨੇ ਜਦ ਮੁੜ ਕੇ ਦੇਖਿਆ ਤਾਂ ਉਹਨਾਂ ਨੇ ਹੱਸ ਕੇ ਕਿਹਾ ਕਿ ਇਹ ਮੇਰੀ ਪਤਨੀ ਨਹੀਂ, ਮੇਰੀ ਸਾਲੀ ਹੈ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਨਾਸ਼ਤੇ ਵਿੱਚ ਕੀ ਲਵੇਂਗੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਿੱਛੇ ਹੋਵੋ, ਨਾਸ਼ਤਾ ਮੈਂ ਬਣਾ ਦਿੰਦੀ ਹਾਂ। ਉਹਨਾਂ ਨੇ ਕਿਹਾ, ਨਹੀਂ ਨਹੀਂ, ਮੈਂ ਬਣਾ ਲਵਾਂਗਾ, ਮੈਨੂੰ ਆਦਤ ਹੈ ਇਹ ਸਭ ਕਰਨ ਦੀ। ਤੂੰ ਆਪਣੀ ਦੀਦੀ ਨੂੰ ਉਠਾ ਦੇ, ਸੁਨੀਤਾ ਉਸ ਨੂੰ ਦੇਖਣਾ ਚਾਹੁੰਦੀ ਹੈ। ਜਦ ਤੋਂ ਮੈਨੂੰ ਇਹ ਕਹਿ ਰਹੀ ਹੈ, ਸਾਹਿਬ ਤੁਹਾਡੀ ਪਤਨੀ ਕਿੱਥੇ ਹੈ, ਮੈਂ ਉਸ ਨੂੰ ਦੇਖਣਾ ਚਾਹੁੰਦੀ ਹਾਂ। ਮੈਂ ਕਮਰੇ ਵਿੱਚ ਜਾ ਕੇ ਦੀਦੀ ਨੂੰ ਉਠਾਇਆ ਤਾਂ ਉਹ ਗੁੱਸੇ ਵਿੱਚ ਬੋਲੀ ਕਿ ਮੈਨੂੰ ਪਰੇਸ਼ਾਨ ਨਾ ਕਰ। ਮੈਂ ਉਸ ਨੂੰ ਕਿਹਾ ਕਿ ਦੀਦੀ ਉੱਠ ਕੇ ਨਾਸ਼ਤਾ ਕਰ ਲਓ। ਫਿਰ ਉਹ ਉੱਠੀ ਤੇ ਮੈਨੂੰ ਗੁੱਸੇ ਨਾਲ ਦੇਖਣ ਲੱਗੀ ਤੇ ਕਹਿਣ ਲੱਗੀ ਕਿ ਤੂੰ ਜਾ, ਮੈਂ ਤਿਆਰ ਹੋ ਕੇ ਆਉਂਦੀ ਹਾਂ। ਜੀਜਾ ਜੀ ਦੇ ਨਾਲ ਮੈਂ ਟੇਬਲ 'ਤੇ ਨਾਸ਼ਤਾ ਲਗਾ ਦਿੱਤਾ ਤੇ ਅਸੀਂ ਦੋਨੋਂ ਦੀਦੀ ਦਾ ਇੰਤਜ਼ਾਰ ਕਰਨ ਲੱਗੇ। ਕੁਝ ਦੇਰ ਬਾਅਦ ਦੀਦੀ ਆਈ ਤੇ ਅਸੀਂ ਸਾਰੇ ਮਿਲ ਕੇ ਨਾਸ਼ਤਾ ਕਰਨ ਲੱਗੇ, ਪਰ ਦੀਦੀ ਦੇ ਚਿਹਰੇ 'ਤੇ ਖਾਮੋਸ਼ੀ ਸੀ। ਉਹ ਨਾ ਤਾਂ ਕਿਸੇ ਨਾਲ ਗੱਲ ਕਰ ਰਹੀ ਸੀ ਤੇ ਨਾ ਹੀ ਕਿਸੇ ਨਾਲ ਹੱਸ ਰਹੀ ਸੀ। ਪੁੱਛਣ 'ਤੇ ਕਹਿੰਦੀ ਕਿ ਮੇਰੀ ਤਬੀਅਤ ਖਰਾਬ ਹੈ। ਰਾਤ ਹੋਈ ਤਾਂ ਮੈਂ ਰਾਤ ਦਾ ਖਾਣਾ ਬਣਾਉਣ ਲੱਗੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਦੀਦੀ ਫਿਰ ਤੋਂ ਸਿਰ ਦਰਦ ਦੀ ਤਕਲੀਫ ਦੱਸਣ ਲੱਗੀ। ਜੀਜਾ ਜੀ ਪਰੇਸ਼ਾਨ ਹੋ ਗਏ। ਉਹ ਕਹਿਣ ਲੱਗੇ ਕਿ ਨਿਸ਼ਾ ਮੈਂ ਤੈਨੂੰ ਡਾਕਟਰ ਕੋਲ ਲੈ ਕੇ ਚੱਲਦਾ, ਪਰ ਦੀਦੀ ਨੇ ਕਿਹਾ ਨਹੀਂ, ਮੈਂ ਸਿਰ ਦਰਦ ਦੀ ਗੋਲੀ ਖਾ ਕੇ ਸੌਂ ਜਾਵਾਂਗੀ ਤਾਂ ਠੀਕ ਹੋ ਜਾਵੇਗਾ।
ਕਮਰੇ ਵਿੱਚ ਜਾਂਦੇ ਹੋਏ ਉਹਨਾਂ ਨੇ ਕਿਹਾ ਕਿ ਸੁਮਨ, ਖਾਣਾ ਖਾਣ ਤੋਂ ਬਾਅਦ ਮੇਰੇ ਕਮਰੇ ਵਿੱਚ ਆ ਕੇ ਮੇਰਾ ਸਿਰ ਦਬਾ ਦਈਂ, ਸ਼ਾਇਦ ਕੁਝ ਆਰਾਮ ਮਿਲ ਜਾਵੇ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਖਾਣਾ ਖਾਣ ਤੋਂ ਬਾਅਦ ਮੈਂ ਜਲਦੀ ਨਾਲ ਬਰਤਨ ਸਮੇਟੇ ਤੇ ਦੀਦੀ ਦੇ ਕਮਰੇ ਵਿੱਚ ਜਾ ਕੇ ਉਹਨਾਂ ਦਾ ਸਿਰ ਦਬਾਉਣ ਲੱਗੀ। ਦੀਦੀ ਨੇ ਕਿਹਾ ਕਿ ਅੱਜ ਰਾਤ ਤੂੰ ਮੇਰੇ ਕਮਰੇ ਵਿੱਚ ਹੀ ਸੌਂ ਜਾਵੀਂ। ਮੈਨੂੰ ਦੀਦੀ ਦੀ ਇਹ ਗੱਲ ਸੁਣ ਕੇ ਬਹੁਤ ਅਜੀਬ ਲੱਗਿਆ। ਮੈਂ ਅੱਜ ਉਹਨਾਂ ਨਾਲ ਸੌਣ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ, ਦੀਦੀ ਇਹ ਸਭ ਚੰਗਾ ਨਹੀਂ ਲੱਗਦਾ। ਜੀਜਾ ਜੀ ਕੀ ਸੋਚਣਗੇ? ਮੈਂ ਕੱਲ੍ਹ ਨੂੰ ਆਪਣੇ ਘਰ ਚਲੀ ਜਾਵਾਂਗੀ। ਦੀਦੀ ਮੇਰੀ ਘਰ ਜਾਣ ਦੀ ਗੱਲ ਸੁਣ ਕੇ ਰੋਣ ਲੱਗੀ। ਰੋਂਦੇ ਹੋਏ ਉਹ ਕਹਿਣ ਲੱਗੀ ਕਿ ਇਸ ਆਦਮੀ ਕੋਲ ਮੈਨੂੰ ਇਕੱਲਾ ਛੱਡ ਕੇ ਨਾ ਜਾਵੀਂ। ਜਿਵੇਂ ਦਾ ਇਹ ਦਿਖਦਾ ਹੈ ਇਹ ਉਵੇਂ ਦਾ ਨਹੀਂ। ਤੈਨੂੰ ਨਹੀਂ ਪਤਾ ਕਿ ਇਸਨੇ ਮੈਨੂੰ ਕੀ ਧਮਕੀ ਦਿੱਤੀ ਆ। ਉਹ ਮੈਂ ਤੈਨੂੰ ਨਹੀਂ ਦੱਸ ਸਕਦੀ। ਤੂੰ ਮੈਨੂੰ ਛੱਡ ਕੇ ਨਾ ਜਾਵੀਂ। ਦੀਦੀ ਦੀ ਗੱਲ ਸੁਣ ਕੇ ਮੈਂ ਘਬਰਾ ਗਈ। ਮੈਂ ਸੋਚਣ ਲੱਗੀ ਕਿ ਆਖਿਰ ਦੀਦੀ ਅਤੇ ਜੀਜਾ ਜੀ ਵਿੱਚ ਅਜਿਹੀ ਕਿਹੜੀ ਗੱਲ ਹੋ ਗਈ ਕਿ ਦੀਦੀ ਉਹਨਾਂ ਤੋਂ ਇੰਨਾ ਡਰਦੀ ਹੈ। ਨਾ ਚਾਹੁੰਦੇ ਹੋਏ ਵੀ ਮੈਂ ਇਸ ਰਾਤ ਵੀ ਦੀਦੀ ਨਾਲ ਹੀ ਸੌਂ ਗਈ। ਅਗਲੇ ਦਿਨ ਮੇਰਾ ਭਾਈ ਮੈਨੂੰ ਲੈਣ ਆਇਆ, ਪਰ ਮੈਂ ਜਾਣ ਤੋਂ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਕੁਝ ਦਿਨ ਮੈਂ ਦੀਦੀ ਕੋਲ ਹੀ ਰਹਾਂਗੀ, ਕਿਉਂਕਿ ਮੈਂ ਜਾਣਨਾ ਚਾਹੁੰਦੀ ਸੀ ਕਿ ਆਖਿਰ ਅਜਿਹੀ ਕਿਹੜੀ ਗੱਲ ਹੋ ਗਈ ਜਿਸ ਤੋਂ ਦੀਦੀ ਇੰਨਾ ਡਰ ਰਹੀ ਹੈ। ਫਿਰ ਮੇਰਾ ਭਾਈ ਵਾਪਸ ਚਲਾ ਗਿਆ। ਹੁਣ ਮੈਂ ਜੀਜਾ ਜੀ ਦੀਆਂ ਹਰਕਤਾਂ ਨੂੰ ਨੋਟ ਕਰਨ ਲੱਗੀ। ਇੱਕ ਦਿਨ ਖਾਣੇ ਦੀ ਟੇਬਲ 'ਤੇ ਬੈਠੇ ਜੀਜਾ ਜੀ ਦੀਦੀ ਨੂੰ ਘੂਰ ਰਹੇ ਸਨ ਤੇ ਦੀਦੀ ਉਹਨਾਂ ਦਾ ਇਹ ਰਵੱਈਆ ਦੇਖ ਕੇ ਬਹੁਤ ਹੀ ਡਰੀ ਹੋਈ ਸਹਿਮੀ ਹੋਈ ਸੀ। ਪਤਾ ਨਹੀਂ ਉਹ ਅਜਿਹਾ ਕਿਉਂ ਕਰ ਰਹੇ ਸੀ। ਹਾਲਾਂਕਿ ਉਹ ਮੇਰੇ ਨਾਲ ਤਾਂ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਸਨ, ਪਰ ਉਹ ਮੈਨੂੰ ਆਪਣੀ ਛੋਟੀ ਭੈਣ ਸਮਝਦੇ ਸਨ। ਪਰ ਉਸ ਤੋਂ ਬਾਅਦ ਮੇਰੇ ਨਾਲ ਜੋ ਕੁਝ ਹੋਇਆ ਮੈਂ ਉਸ ਤੋਂ ਅਣਜਾਣ ਸੀ। ਇੱਕ ਦਿਨ ਖਾਣਾ ਖਾਣ ਤੋਂ ਬਾਅਦ ਜੀਜਾ ਜੀ ਨੇ ਦੀਦੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਬਾਹਰ ਆਈਸਕ੍ਰੀਮ ਖਾਣ ਲਈ ਚੱਲ, ਪਰ ਦੀਦੀ ਨੇ ਨਾਲ ਚੱਲਣ ਤੋਂ ਇਨਕਾਰ ਕਰ ਦਿੱਤਾ। ਕਹਿੰਦੀ, ਮੈਂ ਆਈਸਕ੍ਰੀਮ ਨਹੀਂ ਖਾਂਦੀ, ਪਰ ਸੁਮਨ ਨੂੰ ਆਈਸਕ੍ਰੀਮ ਬਹੁਤ ਪਸੰਦ ਆ। ਤੁਸੀਂ ਚਾਹੋ ਤਾਂ ਉਸ ਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹੋ। ਪਰ ਮੈਂ ਦੇਖਿਆ ਕਿ ਜੀਜਾ ਜੀ ਦੀਦੀ ਦੀ ਇਸ ਗੱਲ 'ਤੇ ਉਸ ਨੂੰ ਘੂਰ ਰਹੇ ਸਨ, ਪਰ ਕਿਹਾ ਕੁਝ ਨਹੀਂ ਤੇ ਮੈਨੂੰ ਆਪਣੇ ਨਾਲ ਆਈਸਕ੍ਰੀਮ ਖਿਲਾਉਣ ਲਈ ਲੈ ਗਏ। ਰਸਤੇ ਵਿੱਚ ਉਹ ਮੇਰੇ ਨਾਲ ਹੱਸ-ਹੱਸ ਕੇ ਗੱਲਾਂ ਵੀ ਕਰਦੇ ਰਹੇ ਤੇ ਗੱਲਾਂ-ਗੱਲਾਂ ਵਿੱਚ ਹੀ ਉਹ ਕਹਿਣ ਲੱਗੇ ਕਿ ਤੇਰੀ ਦੀਦੀ ਬਹੁਤ ਅਜੀਬ ਹੈ, ਪਰ ਤੂੰ ਚੰਗੀ ਹੈ। ਪਰ ਉਹਨਾਂ ਦੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਸੀ। ਮੈਂ ਕਿਹਾ, ਅਜਿਹੀ ਗੱਲ ਨਹੀਂ, ਮੇਰੀ ਦੀਦੀ ਵੀ ਬਹੁਤ ਚੰਗੀ ਹੈ। ਉਹਨਾਂ ਨੇ ਕਿਹਾ, ਪਰ ਮੇਰੇ ਨਾਲ ਤਾਂ ਉਹ ਗੱਲ ਵੀ ਨਹੀਂ ਕਰਦੀ। ਮੈਨੂੰ ਦੇਖ ਕੇ ਤਾਂ ਉਹ ਡਰਨ ਦਾ ਡਰਾਮਾ ਕਰਨ ਲੱਗਦੀ ਹੈ, ਜਿਵੇਂ ਮੈਂ ਕੋਈ ਭੂਤ ਹੋਵਾਂ। ਉਹ ਇਹ ਗੱਲ ਹੱਸ ਕੇ ਕਹਿ ਰਹੇ ਸੀ। ਉਹ ਇਹ ਗੱਲ ਮਜ਼ਾਕ ਵਿੱਚ ਕਹਿ ਰਹੇ ਸੀ ਤੇ ਮੈਂ ਵੀ ਇਹੀ ਗੱਲ ਮਜ਼ਾਕ ਵਿੱਚ ਹੀ ਲੈ ਲਈ। ਪਰ ਇੱਕ ਰਾਤ ਜਦ ਮੇਰੀ ਅੱਖ ਖੁੱਲ੍ਹੀ ਤਾਂ ਮੈਨੂੰ ਦੀਦੀ ਦੇ ਕਮਰੇ 'ਚੋਂ ਲੜਨ ਦੀ ਆਵਾਜ਼ ਆ ਰਹੀ ਸੀ। ਪਤਾ ਨਹੀਂ ਕਿਸ ਗੱਲ 'ਤੇ ਬਹਿਸ ਹੋ ਰਹੀ ਸੀ। ਮੈਂ ਤੁਰੰਤ ਬੈੱਡ ਤੋਂ ਉੱਠ ਕੇ ਬੈਠ ਗਈ। ਪਹਿਲਾਂ ਤਾਂ ਮੈਂ ਸੋਚਿਆ ਕਿ ਮੈਨੂੰ ਪਤੀ ਪਤਨੀ ਵਿੱਚ ਨਹੀਂ ਜਾਣਾ ਚਾਹੀਦਾ, ਪਰ ਜਦ ਗੱਲ ਹੱਦ ਤੋਂ ਵੱਧ ਗਈ ਤਾਂ ਮੈਨੂੰ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਕਮਰੇ ਵੱਲ ਜਾਣਾ ਪਿਆ। ਜਦ ਮੈਂ ਉਹਨਾਂ ਦੇ ਕਮਰੇ ਕੋਲ ਗਈ ਤਾਂ ਮੈਨੂੰ ਦੀਦੀ ਦੇ ਰੋਣ ਦੀ ਆਵਾਜ਼ ਆ ਰਹੀ ਸੀ ਤੇ ਜੀਜਾ ਜੀ ਦਾ ਅਸਲੀ ਰੂਪ ਮੈਨੂੰ ਹੁਣ ਦਿਖਣ ਲੱਗਾ ਸੀ। ਉਹ ਦੀਦੀ ਨੂੰ ਗੁੱਸੇ ਵਿੱਚ ਕਹਿ ਰਹੇ ਸੀ ਕਿ ਆਪਣਾ ਰੋਣਾ ਧੋਣਾ ਬੰਦ ਕਰ। ਕਦ ਤੋਂ ਮੈਂ ਤੈਨੂੰ ਸਮਝਾ ਰਿਹਾ ਹਾਂ, ਪਰ ਤੂੰ ਤਾਂ ਮੇਰੀ ਗੱਲ ਮੰਨਣ ਨੂੰ ਹੀ ਤਿਆਰ ਨਹੀਂ। ਦੀਦੀ ਨੇ ਕਿਹਾ ਕਿ ਮੈਨੂੰ ਇਸ ਵਕਤ ਆਪਣੀ ਭੈਣ ਦੀ ਜ਼ਰੂਰਤ ਹੈ। ਮੈਂ ਉਸ ਨੂੰ ਨਹੀਂ ਭੇਜ ਸਕਦੀ। ਮੇਰੇ ਸਿਰ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹੈ। ਤੁਸੀਂ ਮੈਨੂੰ ਸਕੂਨ ਨਾਲ ਸੌਣ ਦਿਓ। ਜੀਜਾ ਜੀ ਦਾ ਅਸਲੀ ਰੂਪ ਮੈਨੂੰ ਹੁਣ ਦੇਖਣ ਨੂੰ ਮਿਲਿਆ ਸੀ, ਪਰ ਮੈਂ ਆਪਣੀ ਦੀਦੀ ਨੂੰ ਇਕੱਲਾ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ, ਕਿਉਂਕਿ ਪਤਾ ਨਹੀਂ ਦੀਦੀ ਨੂੰ ਮੇਰੀ ਕਿਉਂ ਜ਼ਰੂਰਤ ਸੀ। ਪਰ ਜੀਜਾ ਜੀ ਦਾ ਰਵੱਈਆ ਮੇਰੇ ਨਾਲ ਪਹਿਲਾਂ ਜਿਹਾ ਹੀ ਸੀ। ਹੁਣ ਤਾਂ ਉਹ ਪਹਿਲਾਂ ਨਾਲੋਂ ਵੀ ਮੇਰਾ ਜ਼ਿਆਦਾ ਖਿਆਲ ਰੱਖਣ ਲੱਗੇ ਸੀ। ਹਰ ਸ਼ਾਮ ਮੇਰੇ ਲਈ ਕਦੇ ਚਾਕਲੇਟ ਤੇ ਕਦੇ ਆਈਸਕ੍ਰੀਮ ਲੈ ਕੇ ਆਉਂਦੇ। ਉਸ ਨੂੰ ਖਾਣ ਤੋਂ ਕੁਝ ਦੇਰ ਬਾਅਦ ਮੈਨੂੰ ਨੀਂਦ ਆਉਣ ਲੱਗਦੀ। ਮੈਂ ਗਹਿਰੀ ਨੀਂਦ ਵਿੱਚ ਸੌਂ ਜਾਂਦੀ ਤੇ ਮੇਰੀ ਅੱਖ ਸਵੇਰੇ ਹੀ ਖੁੱਲ੍ਹਦੀ। ਪਰ ਮੈਂ ਮਹਿਸੂਸ ਕੀਤਾ ਕਿ ਦੀਦੀ ਦਾ ਚਿਹਰਾ ਉਤਰਿਆ ਹੋਇਆ ਹੁੰਦਾ। ਇੱਕ ਦਿਨ ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੋਣ ਲੱਗਿਆ ਤਾਂ ਦੀਦੀ ਮੈਨੂੰ ਇੱਕ ਨੇੜੇ ਦੇ ਡਾਕਟਰ ਕੋਲ ਲੈ ਗਈ। ਪਰ ਜਿਹੜੀ ਗੱਲ ਉਸ ਲੇਡੀ ਡਾਕਟਰ ਨੇ ਮੈਨੂੰ ਦੱਸੀ, ਉਸ ਨੂੰ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ। ਡਾਕਟਰ ਨੇ ਕਿਹਾ ਕਿ ਮੈਂ ਪ੍ਰੈਗਨੈਂਟ ਹਾਂ। ਇਹ ਗੱਲ ਸੁਣ ਕੇ ਤਾਂ ਮੈਂ ਬੇਹੋਸ਼ ਹੋਣ ਵਾਲੀ ਹੋ ਗਈ। ਦੀਦੀ ਵੀ ਬਹੁਤ ਪਰੇਸ਼ਾਨ ਹੋ ਗਈ। ਮੈਂ ਰੋਣ ਲੱਗੀ। ਘਰ ਆ ਕੇ ਮੈਂ ਦੀਦੀ ਨੂੰ ਕਿਹਾ, ਅਜਿਹਾ ਕੁਝ ਨਹੀਂ ਹੈ, ਡਾਕਟਰ ਝੂਠ ਬੋਲ ਰਹੀ ਹੈ। ਦੀਦੀ ਨੇ ਕਿਹਾ ਕਿ ਉਹ ਐਡਾ ਵੱਡਾ ਝੂਠ ਨਹੀਂ ਬੋਲ ਸਕਦੀ।
ਉਹ ਸੱਚ ਕਹਿ ਰਹੀ ਹੈ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਚੰਗਾ ਆਦਮੀ ਨਹੀਂ ਹੈ। ਹੁਣ ਦੇਖ ਲਿਆ ਇਸ ਦਾ ਨਤੀਜਾ। ਉਸ ਨੇ ਤੇਰੇ ਨਾਲ ਕੀ ਕੀਤਾ। ਸੁਮਨ, ਉਸ ਨੇ ਤੈਨੂੰ ਬਰਬਾਦ ਕਰ ਦਿੱਤਾ। ਹੁਣ ਤੂੰ ਕਿਸੇ ਨੂੰ ਮੂੰਹ ਦਿਖਾਉਣ ਦੇ ਵੀ ਕਾਬਲ ਨਹੀਂ ਰਹੀ। ਇਹ ਸਭ ਕਹਿੰਦੇ ਹੋਏ ਦੀਦੀ ਫੁੱਟ-ਫੁੱਟ ਕੇ ਰੋਣ ਲੱਗੀ। ਮੈਂ ਵੀ ਉਹਨਾਂ ਨਾਲ ਗਲੇ ਲੱਗ ਕੇ ਰੋਣ ਲੱਗੀ। ਫਿਰ ਮੈਨੂੰ ਯਾਦ ਆਇਆ ਕਿ ਜੀਜਾ ਜੀ ਰਾਤ ਨੂੰ ਮੈਨੂੰ ਚਾਕਲੇਟ ਤੇ ਆਈਸਕ੍ਰੀਮ ਲਿਆ ਕੇ ਦਿੰਦੇ ਸੀ। ਸ਼ਾਇਦ ਉਸ ਚਾਕਲੇਟ ਜਾਂ ਆਈਸਕ੍ਰੀਮ ਵਿੱਚ ਕੁਝ ਮਿਲਾਇਆ ਹੋਇਆ ਹੁੰਦਾ ਸੀ, ਜਿਸ ਨੂੰ ਖਾ ਕੇ ਮੈਨੂੰ ਨੀਂਦ ਆ ਜਾਂਦੀ ਸੀ। ਮੈਂ ਗਹਿਰੀ ਨੀਂਦ ਸੌਂ ਜਾਂਦੀ ਸੀ ਤੇ ਸ਼ਾਇਦ ਮੇਰੇ ਸੌਣ ਤੋਂ ਬਾਅਦ ਜੀਜਾ ਜੀ ਮੇਰੇ ਨਾਲ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਜੀਜਾ ਜੀ ਇੰਨੇ ਘਟੀਆ ਇਨਸਾਨ ਹੋ ਸਕਦੇ ਹਨ। ਮੈਨੂੰ ਉਹਨਾਂ ਨਾਲ ਨਫ਼ਰਤ ਹੋਣ ਲੱਗੀ ਸੀ। ਅੱਜ ਰਾਤ ਜਦੋਂ ਜੀਜਾ ਜੀ ਘਰ ਆਏ ਤਾਂ ਮੇਰੇ ਲਈ ਆਈਸਕ੍ਰੀਮ ਲੈ ਕੇ ਆਏ। ਮੈਂ ਉਹਨਾਂ ਵੱਲ ਨਫ਼ਰਤ ਨਾਲ ਦੇਖਣ ਲੱਗੀ ਤੇ ਆਈਸਕ੍ਰੀਮ ਫੜ ਕੇ ਸੁੱਟ ਦਿੱਤੀ। ਮੇਰੀ ਦੀਦੀ ਨੇ ਤਾਂ ਉਹਨਾਂ ਦਾ ਗਲਾਵਾਂ ਫੜ ਲਿਆ ਤੇ ਕਹਿਣ ਲੱਗੀ, ਤੂੰ ਤਾਂ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਤੇ ਉਸ ਨੂੰ ਕਿਸੇ ਨੂੰ ਮੂੰਹ ਦਿਖਾਉਣ ਦੇ ਵੀ ਲਾਇਕ ਨਹੀਂ ਛੱਡਿਆ। ਦੀਦੀ ਦੇ ਇਸ ਤਰ੍ਹਾਂ ਦੇ ਰਵੱਈਏ ਨਾਲ ਉਹ ਇਸ ਤਰ੍ਹਾਂ ਅਣਜਾਣ ਬਣੇ ਖੜੇ ਸੀ ਜਿਵੇਂ ਕਿ ਉਹਨਾਂ ਨੂੰ ਕੁਝ ਪਤਾ ਹੀ ਨਾ ਹੋਵੇ। ਉਹਨਾਂ ਨੇ ਕਿਹਾ, ਨਿਸ਼ਾ, ਤੂੰ ਇਹ ਕੀ ਕਹਿ ਰਹੀ ਹੈ? ਤੂੰ ਹੋਸ਼ ਵਿੱਚ ਤਾਂ ਹੈ? ਦੀਦੀ ਨੇ ਉਹਨਾਂ ਨੂੰ ਕਿਹਾ ਕਿ ਸੁਮਨ ਪ੍ਰੈਗਨੈਂਟ ਹੈ। ਇਹ ਸੁਣ ਕੇ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਮੈਨੂੰ ਹੈਰਾਨੀ ਨਾਲ ਦੇਖਣ ਲੱਗੇ। ਮੈਨੂੰ ਹੁਣ ਸਮਝ ਆ ਰਿਹਾ ਸੀ ਕਿ ਦੀਦੀ ਠੀਕ ਹੀ ਕਹਿੰਦੀ ਸੀ ਕਿ ਉਹ ਜਿਹੋ ਜਿਹੇ ਦਿਖਦੇ ਹਨ ਉਹੋ ਜਿਹੇ ਹੈ ਨਹੀਂ। ਮੈਂ ਵੀ ਬੇਵਕੂਫ ਸੀ ਜਿਹੜੀ ਕਿ ਇਹਨਾਂ ਨੂੰ ਆਪਣਾ ਸਮਝਦੀ ਰਹੀ। ਪਰ ਉਹਨਾਂ ਦੇ ਘਟੀਆਪਣ ਦੀ ਤਾਂ ਕੋਈ ਹੱਦ ਹੀ ਨਹੀਂ ਸੀ। ਉਹ ਹਜੇ ਵੀ ਮੁੱਕਰ ਰਹੇ ਸਨ। ਉਹ ਕਹਿ ਰਹੇ ਸਨ ਕਿ ਮੈਂ ਸੁਮਨ ਨੂੰ ਆਪਣੀ ਛੋਟੀ ਭੈਣ ਸਮਝਦਾ ਹਾਂ। ਮੇਰੇ ਤੇ ਇੰਨਾ ਗੰਦਾ ਇਲਜ਼ਾਮ ਲਗਾਉਂਦੇ ਹੋਏ ਤੈਨੂੰ ਸ਼ਰਮ ਨਹੀਂ ਆਈ? ਉਹ ਮੇਰੀ ਦੀਦੀ ਨਾਲ ਲੜ ਰਹੇ ਸਨ। ਫਿਰ ਮੈਂ ਵੀ ਗੁੱਸੇ ਵਿੱਚ ਕਿਹਾ ਕਿ ਪਹਿਲਾਂ ਤੁਸੀਂ ਮੈਨੂੰ ਭੈਣ ਭੈਣ ਕਹਿ ਕੇ ਮੇਰਾ ਭਰੋਸਾ ਜਿੱਤਿਆ ਤੇ ਫਿਰ ਚਾਕਲੇਟ ਆਈਸਕ੍ਰੀਮ ਵਿੱਚ ਨਸ਼ੀਲੀ ਦਵਾਈ ਮਿਲਾ ਕੇ ਮੇਰੇ ਨਾਲ ਇਹ ਗੰਦੀ ਹਰਕਤ ਕੀਤੀ। ਸ਼ਰਮ ਦੀਦੀ ਨੂੰ ਨਹੀਂ, ਤੁਹਾਨੂੰ ਆਉਣੀ ਚਾਹੀਦੀ ਹੈ। ਦੀਦੀ ਨੇ ਇਹ ਸਾਰੀ ਗੱਲ ਮੇਰੀ ਮਾਂ ਤੇ ਮੇਰੇ ਭਾਈ ਨੂੰ ਦੱਸ ਦਿੱਤੀ ਸੀ। ਅਜੇ ਇਹ ਬਹਿਸ ਚੱਲ ਹੀ ਰਹੀ ਸੀ ਕਿ ਮੇਰਾ ਭਾਈ ਮੈਨੂੰ ਲੈਣ ਆ ਗਿਆ। ਮੇਰੇ ਭਾਈ ਨੇ ਆਉਂਦੇ ਹੀ ਮੇਰੇ ਜੀਜੇ ਦੇ 2-4 ਥੱਪੜ ਲਗਾ ਦਿੱਤੇ, ਪਰ ਉਹ ਅਜੇ ਵੀ ਮੁੱਕਰ ਰਹੇ ਸਨ ਕਿ ਮੈਂ ਕੁਝ ਨਹੀਂ ਕੀਤਾ। ਮੇਰੇ ਭਾਈ ਨੇ ਮੇਰਾ ਤੇ ਮੇਰੀ ਦੀਦੀ ਦਾ ਹੱਥ ਫੜ ਕੇ ਗੱਡੀ ਵਿੱਚ ਬਿਠਾਇਆ ਤੇ ਕਹਿਣ ਲੱਗੇ, ਤੂੰ ਤਾਂ ਨਿਸ਼ਾ ਦਾ ਪਤੀ ਬਣਨ ਦੇ ਵੀ ਲਾਇਕ ਨਹੀਂ ਹੈ, ਇਸ ਲਈ ਮੈਂ ਦੋਨਾਂ ਭੈਣਾਂ ਨੂੰ ਨਾਲ ਲੈ ਕੇ ਜਾ ਰਿਹਾ ਹਾਂ। ਦੀਦੀ ਘਰ ਜਾ ਕੇ ਮਾਂ ਨਾਲ ਗਲੇ ਲੱਗ ਕੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਅਮਿਤ ਨੇ ਸੁਮਨ ਨੂੰ ਬਰਬਾਦ ਕਰ ਦਿੱਤਾ। ਮੇਰੀ ਮਾਂ ਵੀ ਇਹ ਸਭ ਸੁਣ ਕੇ ਰੋਣ ਲੱਗੀ ਤੇ ਮੇਰਾ ਭਾਈ ਵੀ ਸਿਰ ਫੜ ਕੇ ਬੈਠ ਗਿਆ। ਮੈਂ ਵੀ ਆਪਣੀ ਕਿਸਮਤ ਨੂੰ ਰੋ ਰਹੀ ਸੀ। ਫਿਰ ਦੀਦੀ ਨੇ ਮੇਰੇ ਭਾਈ ਨੂੰ ਕਿਹਾ ਕਿ ਮੈਂ ਅਮਿਤ ਨਾਲ ਨਹੀਂ ਰਹਿਣਾ, ਮੈਂ ਉਸ ਨੂੰ ਤਲਾਕ ਦੇਣਾ ਚਾਹੁੰਦੀ ਹਾਂ। ਮੇਰੇ ਭਾਈ ਨੇ ਕਿਹਾ, ਠੀਕ ਹੈ, ਜਿਵੇਂ ਤੇਰੀ ਮਰਜ਼ੀ। ਅਸੀਂ ਨੇ ਜੀਜਾ ਜੀ ਦੇ ਖਿਲਾਫ ਕੋਰਟ ਵਿੱਚ ਕੇਸ ਦਰਜ ਕਰਵਾ ਦਿੱਤਾ ਸੀ। ਮੇਰੀ ਮਾਂ ਇਹ ਸੋਚ ਕੇ ਬਿਮਾਰ ਰਹਿਣ ਲੱਗੀ ਸੀ ਕਿ ਉਸਨੇ ਮੇਰੀਆਂ ਦੋਨਾਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੈਂ ਵਾਰ-ਵਾਰ ਆਪਣੀ ਦੀਦੀ ਦੇ ਬਾਰੇ ਸੋਚ ਰਹੀ ਸੀ ਕਿ ਉਹ ਕਿੰਨੀ ਚੰਗੀ ਹੈ। ਮੇਰੀ ਖਾਤਰ ਉਹਨਾਂ ਨੇ ਆਪਣਾ ਵਸਿਆ ਵਸਾਇਆ ਘਰ ਛੱਡ ਦਿੱਤਾ। ਜੇ ਉਹ ਮਤਲਬੀ ਹੁੰਦੀ ਤਾਂ ਆਪਣੇ ਪਤੀ ਨੂੰ ਗਲਤ ਠਹਿਰਾਉਣ ਦੀ ਜਗ੍ਹਾ ਉਹ ਮੇਰੇ ਤੇ ਇਲਜ਼ਾਮ ਲਗਾ ਦਿੰਦੀ ਕਿ ਤੂੰ ਹੀ ਕੁਝ ਅਜਿਹਾ ਕੀਤਾ ਹੋਵੇਗਾ, ਕਿ ਅਮਿਤ ਤੇਰੇ ਕਰੀਬ ਆਇਆ ਹੋਵੇਗਾ। ਪਰ ਉਸ ਨੇ ਮੇਰਾ ਸਾਥ ਦਿੱਤਾ। ਮੇਰੀ ਮਾਂ 15 ਦਿਨਾਂ ਤੱਕ ਬਿਮਾਰ ਰਹੀ। ਜਦ ਉਹਨਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਤਾਂ ਮਾਂ ਨੇ ਕਿਹਾ ਕਿ ਕੱਲ੍ਹ ਉਹ ਮੈਨੂੰ ਹਸਪਤਾਲ ਲੈ ਕੇ ਜਾਵੇਗੀ ਤੇ ਮੇਰਾ ਅਬੋਰਸ਼ਨ ਕਰਵਾ ਦੇਵੇਗੀ। ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਲੱਗੇਗਾ ਤੇ ਇਹ ਗੱਲ ਇੱਥੇ ਦੀ ਇੱਥੇ ਹੀ ਖਤਮ ਹੋ ਜਾਵੇਗੀ। ਮੈਂ ਵੀ ਇਹੀ ਚਾਹੁੰਦੀ ਸੀ। ਆਖਿਰ ਮੈਂ ਕਿਉਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਦੀ। ਅਗਲੇ ਦਿਨ ਮਾਂ ਮੈਨੂੰ ਹਸਪਤਾਲ ਲੈ ਗਈ। ਇੱਕ ਲੇਡੀ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤੇ ਮੇਰੇ ਕੁਝ ਟੈਸਟ ਵੀ ਕਰਵਾਏ। ਪਰ ਟੈਸਟ ਤੋਂ ਬਾਅਦ ਜਿਹੜੀ ਰਿਪੋਰਟ ਸਾਨੂੰ ਦੇਖਣ ਨੂੰ ਮਿਲੀ, ਉਸ ਨੂੰ ਦੇਖ ਕੇ ਤਾਂ ਸਾਡੇ ਮਾਵਾਂ ਧੀਆਂ ਦੇ ਹੋਸ਼ ਉੱਡ ਗਏ। ਕੁਝ ਦੇਰ ਬਾਅਦ ਅਸੀਂ ਘਰ ਆ ਗਏ। ਘਰ ਆ ਕੇ ਮੈਂ ਸਿਰ ਫੜ ਕੇ ਬੈਠ ਗਈ ਤੇ ਸੋਚਣ ਲੱਗੀ ਕਿ ਮੇਰੇ ਨਾਲ ਅਜਿਹਾ ਕਿਵੇਂ ਹੋ ਸਕਦਾ ਹੈ। ਮੈਂ ਕਿਸ 'ਤੇ ਭਰੋਸਾ ਕਰਾਂ ਤੇ ਕਿਸ 'ਤੇ ਨਾ ਕਰਾਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੇ ਦਿਮਾਗ ਨੇ ਤਾਂ ਜਿਵੇਂ ਕੰਮ ਕਰਨਾ ਹੀ ਬੰਦ ਕਰ ਦਿੱਤਾ ਸੀ। ਕੁਝ ਦਿਨਾਂ ਬਾਅਦ ਹੀ ਮੇਰੇ ਕਾਲਜ ਖੁੱਲ੍ਹ ਗਏ। ਮੈਂ ਕਾਲਜ ਜਾਣ ਲੱਗੀ। ਦੀਦੀ ਦੇ ਮੁਕੱਦਮੇ ਦੀ ਵੀ ਅਖੀਰਲੀਆਂ ਡੇਟਾਂ ਚੱਲ ਰਹੀਆਂ ਸਨ। ਸ਼ਾਇਦ ਅਗਲੀ ਪੇਸ਼ੀ ਵਿੱਚ ਉਹਨਾਂ ਦਾ ਤਲਾਕ ਹੋ ਜਾਣਾ ਸੀ। ਮੈਂ ਕਾਲਜ ਜਾਣ ਲੱਗੀ ਸੀ।
ਮੇਰੀਆਂ ਸਹੇਲੀਆਂ ਮੇਰੀ ਪੀਲੀ ਰੰਗਤ ਨੂੰ ਦੇਖ ਕੇ ਪੁੱਛਣ ਲੱਗੀਆਂ। ਮੈਂ ਉਹਨਾਂ ਨੂੰ ਕੀ ਜਵਾਬ ਦਿੰਦੀ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਬੁਖਾਰ ਸੀ, ਇਸ ਲਈ ਮੈਂ ਅਜਿਹੀ ਹੋ ਗਈ ਹਾਂ। ਕਾਲਜ ਵਿੱਚ ਮੈਨੂੰ ਮੇਰੀ ਦੀਦੀ ਦੀ ਇੱਕ ਦੋਸਤ ਮਿਲ ਗਈ। ਉਹ ਮੈਨੂੰ ਦੀਦੀ ਦੇ ਬਾਰੇ ਪੁੱਛਣ ਲੱਗੀ ਕਿ ਕੀ ਤੇਰੀ ਦੀਦੀ ਦਾ ਕਿਸੇ ਮੁੰਡੇ ਨਾਲ ਅਫੇਅਰ ਸੀ, ਜਿਹੜੀ ਆਪਣੇ ਪਤੀ ਤੋਂ ਤਲਾਕ ਲੈ ਰਹੀ ਆ। ਉਸ ਦੇ ਮੂੰਹ ਤੋਂ ਇਹ ਸ਼ਬਦ ਸੁਣਦੇ ਹੀ ਮੈਂ ਉਸ ਨੂੰ ਗੁੱਸੇ ਨਾਲ ਡਾਂਟ ਦਿੱਤਾ। ਜਦ ਮੈਂ ਘਰ ਪਹੁੰਚੀ ਤਾਂ ਦੀਦੀ ਬਹੁਤ ਖੁਸ਼ ਸੀ। ਉਹ ਕਹਿਣ ਲੱਗੀ ਕਿ ਉਹ ਹੁਣ ਆਖਰੀ ਪੇਸ਼ੀ ਵਿੱਚ ਮੈਨੂੰ ਉਸ ਘਟੀਆ ਇਨਸਾਨ ਤੋਂ ਤਲਾਕ ਮਿਲ ਜਾਵੇਗਾ। ਪਰ ਮੈਂ ਮਹਿਸੂਸ ਕੀਤਾ ਕਿ ਦੀਦੀ ਦੇ ਚਿਹਰੇ 'ਤੇ ਖੁਸ਼ੀ ਇੰਨੀ ਸੀ ਕਿ ਉਹ ਲੁਕਾਏ ਤੋਂ ਵੀ ਨਹੀਂ ਲੁਕ ਰਹੀ ਸੀ। ਫਿਰ ਮੈਨੂੰ ਦੀਦੀ ਦੀ ਉਸ ਦੋਸਤ ਦੀ ਗੱਲ ਯਾਦ ਆ ਗਈ, ਪਰ ਮੇਰਾ ਦਿਲ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ। ਮੈਂ ਸੋਚਿਆ ਅਜਿਹਾ ਨਹੀਂ ਹੋ ਸਕਦਾ। ਜਿਸ ਦਿਨ ਮੈਂ ਮਾਂ ਨਾਲ ਡਾਕਟਰ ਕੋਲ ਚੈੱਕਅਪ ਲਈ ਗਈ ਸੀ, ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਕਿਹਾ ਸੀ ਕਿ ਮੈਂ ਪ੍ਰੈਗਨੈਂਟ ਨਹੀਂ ਹਾਂ ਤੇ ਨਾ ਹੀ ਮੇਰੇ ਨਾਲ ਕੁਝ ਗਲਤ ਹੋਇਆ ਹੈ। ਮੈਂ ਬਿਲਕੁਲ ਠੀਕ ਹਾਂ। ਮੇਰੀ ਮਾਂ ਤੇ ਮੈਂ ਇਹ ਗੱਲ ਸੁਣ ਕੇ ਹੈਰਾਨ ਪਰੇਸ਼ਾਨ ਹੋ ਗਈਆਂ ਸਨ ਕਿ ਜੇ ਮੈਂ ਪ੍ਰੈਗਨੈਂਟ ਨਹੀਂ ਹਾਂ ਤਾਂ ਉਸ ਡਾਕਟਰ ਨੇ ਇਹ ਕਿਵੇਂ ਕਹਿ ਦਿੱਤਾ ਸੀ ਕਿ ਮੈਂ ਪ੍ਰੈਗਨੈਂਟ ਹਾਂ। ਰਸਤੇ ਵਿੱਚ ਆਉਂਦੇ ਹੋਏ ਮਾਂ ਨੇ ਮੈਨੂੰ ਪੁੱਛਿਆ ਸੀ ਕਿ ਉਸ ਡਾਕਟਰ ਨੇ ਵੀ ਤੇਰੇ ਕੁਝ ਟੈਸਟ ਕੀਤੇ ਸਨ। ਮੈਂ ਕਿਹਾ ਉਸਨੇ ਤਾਂ ਮੇਰਾ ਕੋਈ ਟੈਸਟ ਨਹੀਂ ਕੀਤਾ ਸੀ। ਉਸਨੇ ਮੈਨੂੰ ਸਿਰਫ ਚੈੱਕ ਕਰਕੇ ਹੀ ਕਹਿ ਦਿੱਤਾ ਸੀ ਕਿ ਮੈਂ ਪ੍ਰੈਗਨੈਂਟ ਹਾਂ। ਮੈਂ ਤਾਂ ਆਪਣੀ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਹੀ ਘਬਰਾ ਗਈ ਸੀ। ਮੈਨੂੰ ਕੀ ਪਤਾ ਸੀ ਕਿ ਟੈਸਟ ਵੀ ਕੀਤੇ ਜਾਂਦੇ ਹਨ ਤਾਂ ਹੀ ਪਤਾ ਲੱਗਦਾ ਹੈ। ਦੀਦੀ ਨੇ ਵੀ ਇਸ ਗੱਲ ਦੀ ਕੋਈ ਜਾਂਚ ਪੜਤਾਲ ਨਹੀਂ ਕੀਤੀ ਸੀ। ਮੇਰੀ ਮਾਂ ਨੇ ਸਮਝਾਇਆ ਕਿ ਘਰ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਆਪਾਂ ਹਸਪੀਟਲ ਆਈਆਂ ਹਾਂ, ਇਸ ਲਈ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ ਕਿ ਮੈਂ ਤੈਨੂੰ ਹਸਪੀਟਲ ਲੈ ਕੇ ਆਈ ਹਾਂ। ਮੈਂ ਕਿਹਾ ਠੀਕ ਹੈ ਮਾਂ। ਉਸ ਦਿਨ ਕਾਲਜ ਵਿੱਚ ਦੀਦੀ ਦੀ ਦੋਸਤ ਨੇ ਮੇਰੇ ਹੋਸ਼ ਉਡਾ ਦਿੱਤੇ ਸਨ ਤੇ ਹੁਣ ਦੀਦੀ ਦੇ ਚਿਹਰੇ 'ਤੇ ਖੁਸ਼ੀ ਦੇਖ ਕੇ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਇੱਕ ਰਾਤ ਮੇਰੇ ਜੀਜਾ ਜੀ ਦਾ ਫੋਨ ਮੇਰੇ ਫੋਨ 'ਤੇ ਆਇਆ। ਪਤਾ ਨਹੀਂ ਕਿਉਂ ਮੈਂ ਉਹਨਾਂ ਦਾ ਫੋਨ ਚੁੱਕ ਲਿਆ। ਫਿਰ ਉਹਨਾਂ ਨੇ ਮੈਨੂੰ ਇੱਕ ਅਜਿਹੀ ਗੱਲ ਦੱਸੀ ਜਿਸ ਤੋਂ ਬਾਅਦ ਮੈਂ ਦੀਦੀ 'ਤੇ ਨਜ਼ਰ ਰੱਖਣ ਲੱਗੀ ਸੀ। ਮੈਂ ਦੇਖਿਆ ਕਿ ਦੀਦੀ ਰਾਤ ਭਰ ਕਿਸੇ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਸੀ, ਪਰ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ ਕਿ ਉਹ ਕਿਸ ਨਾਲ ਗੱਲਾਂ ਕਰਦੀ ਹੈ। ਇੱਕ ਰਾਤ ਮੈਂ ਰਸੋਈ ਵਿੱਚ ਪਾਣੀ ਪੀਣ ਲਈ ਗਈ ਤਾਂ ਮੈਂ ਦੇਖਿਆ ਕਿ ਰਾਤ ਦੇ 1 ਵਜੇ ਦੀਦੀ ਪੌੜੀਆਂ ਚੜ੍ਹ ਕੇ ਛੱਤ 'ਤੇ ਜਾ ਰਹੀ ਸੀ। ਮੈਨੂੰ ਉਹਨਾਂ ਦਾ ਇਸ ਵਕਤ ਛੱਤ 'ਤੇ ਜਾਣਾ ਕੁਝ ਅਜੀਬ ਲੱਗ ਰਿਹਾ ਸੀ, ਇਸ ਲਈ ਮੈਂ ਵੀ ਦੱਬੇ ਪੈਰੀ ਉਹਨਾਂ ਦੇ ਪਿੱਛੇ ਚਲੀ ਗਈ। ਛੱਤ ਪਰ ਪਹੁੰਚਦੇ ਹੀ ਜੋ ਕੁਝ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਉਸ ਨੂੰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਮੈਂ ਉਲਟੇ ਪੈਰੀ ਵਾਪਸ ਚਲੀ ਗਈ। ਮੈਨੂੰ ਆਪਣੀ ਭੈਣ ਦੀ ਇਸ ਹਰਕਤ 'ਤੇ ਯਕੀਨ ਨਹੀਂ ਹੋ ਰਿਹਾ ਸੀ। ਉਸਨੇ ਆਪਣੀ ਖੁਸ਼ੀ ਲਈ ਮੈਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਮੈਂ ਜਲਦੀ ਨਾਲ ਆਪਣੀ ਮਾਂ ਤੇ ਭਾਈ ਨੂੰ ਜਗਾਇਆ ਤੇ ਛੱਤ 'ਤੇ ਲੈ ਆਈ। ਅਸੀਂ ਤਿੰਨੋਂ ਜਣੇ ਜਦ ਛੱਤ 'ਤੇ ਗਏ ਤਾਂ ਦੀਦੀ ਕਿਸੇ ਮੁੰਡੇ ਦੇ ਨਾਲ ਗੱਲ ਲੱਗ ਕੇ ਕਹਿ ਰਹੀ ਸੀ ਕਿ ਬਹੁਤ ਜਲਦੀ ਮੇਰਾ ਤਲਾਕ ਹੋ ਜਾਵੇਗਾ, ਫਿਰ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂਗੀ। ਮੈਂ ਤੈਨੂੰ ਕਿਹਾ ਸੀ ਨਾ ਕਿ ਉਸ ਬੇਵਕੂਫ ਇਨਸਾਨ ਤੋਂ ਪਿੱਛਾ ਛੁਡਾਉਣਾ ਮੇਰੇ ਖੱਬੇ ਹੱਥ ਦਾ ਖੇਲ ਹੈ। ਮੇਰੇ ਭਾਈ ਨੂੰ ਇਹ ਸਭ ਸੁਣ ਕੇ ਗੁੱਸਾ ਆ ਗਿਆ। ਉਸਨੇ ਇੱਕ ਜ਼ੋਰਦਾਰ ਥੱਪੜ ਮੇਰੀ ਦੀਦੀ ਦੇ ਮਾਰਿਆ ਤੇ ਉਸ ਮੁੰਡੇ ਨੂੰ ਵੀ ਮਾਰਨ ਕੁੱਟਣ ਲੱਗਿਆ। ਉਹ ਮੁੰਡਾ ਤਾਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਾ ਕੇ ਭੱਜ ਗਿਆ, ਪਰ ਦੀਦੀ ਦੇ ਚਿਹਰੇ ਦਾ ਤਾਂ ਰੰਗ ਹੀ ਉੱਡ ਗਿਆ ਸੀ। ਉਹਨਾਂ ਦਾ ਅਸਲੀ ਰੂਪ ਸਭ ਦੇ ਸਾਹਮਣੇ ਆ ਗਿਆ ਸੀ। ਉਸ ਦਿਨ ਜੀਜਾ ਜੀ ਨੇ ਵੀ ਮੈਨੂੰ ਫੋਨ 'ਤੇ ਇਹੀ ਦੱਸਿਆ ਸੀ ਕਿ ਸੁਮਨ, ਮੈਂ ਤੇਰੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਹੈ, ਬਲਕਿ ਤੇਰੀ ਦੀਦੀ ਹੀ ਮੇਰੇ ਨਾਲ ਰਹਿਣਾ ਨਹੀਂ ਚਾਹੁੰਦੀ ਸੀ। ਤੇਰੇ ਤੋਂ ਤਾਂ ਕੁਝ ਵੀ ਲੁਕਿਆ ਨਹੀਂ ਹੈ। ਤੂੰ ਤਾਂ ਦੇਖਿਆ ਹੀ ਹੈ ਕਿ ਉਸਨੇ ਪਹਿਲੀ ਰਾਤ ਹੀ ਰੋਣਾ ਧੋਣਾ ਸ਼ੁਰੂ ਕਰ ਦਿੱਤਾ ਸੀ। ਉਹ ਮੇਰੇ ਨਾਲ ਰਹਿਣਾ ਹੀ ਨਹੀਂ ਚਾਹੁੰਦੀ ਸੀ। ਤੇ ਉਸ ਦਿਨ ਜਿਹੜੀ ਤੈਨੂੰ ਗਲਤਫਹਿਮੀ ਹੋਈ ਸੀ, ਮੈਂ ਨਿਸ਼ਾ ਨੂੰ ਇਹੀ ਸਮਝਾ ਰਿਹਾ ਸੀ ਕਿ ਸੁਮਨ ਨੂੰ ਘਰ ਵਾਪਸ ਭੇਜ ਦੇ। ਜਦ ਤੱਕ ਉਹ ਇੱਥੇ ਰਹੇਗੀ ਤੂੰ ਇਸੇ ਤਰ੍ਹਾਂ ਹੀ ਨਾਟਕ ਕਰੇਂਗੀ ਤੇ ਅਸੀਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਕਰ ਸਕਾਂਗੇ। ਇਸੀ ਗੱਲ 'ਤੇ ਉਹ ਬਹੁਤ ਗੁੱਸੇ ਹੋ ਗਈ ਤੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਸਿਰਫ 1 ਮਹੀਨਾ ਹੀ ਸੁਮਨ ਨੂੰ ਮੇਰੇ ਕੋਲ ਰਹਿਣ ਦਿਓ। ਮੈਨੂੰ ਲੱਗਾ ਕਿ ਨਿਸ਼ਾ ਨੂੰ ਤੇਰੇ ਨਾਲ ਬਹੁਤ ਲਗਾਵ ਹੈ, ਇਸ ਲਈ ਉਹ ਅਜਿਹਾ ਕਹਿ ਰਹੀ ਹੈ। ਉਹ ਮੈਨੂੰ ਕੋਰਟ ਵਿੱਚ ਘਸੀਟਣਾ ਚਾਹੁੰਦੀ ਸੀ ਤੇ ਸਜ਼ਾ ਦਿਵਾਉਣਾ ਚਾਹੁੰਦੀ ਸੀ। ਪਰ ਸੁਮਨ, ਤੂੰ ਮੈਨੂੰ ਇੱਕ ਵਾਰ ਸੱਚ ਦੱਸ ਦੇ ਕਿ ਕੀ ਤੂੰ ਸੱਚਮੁੱਚ ਪ੍ਰੈਗਨੈਂਟ ਆ। ਮੈਨੂੰ ਉਸ ਦਿਨ ਜੀਜਾ ਜੀ ਦੀਆਂ ਗੱਲਾਂ 'ਤੇ ਯਕੀਨ ਆ ਗਿਆ ਸੀ, ਪਰ ਮੈਂ ਉਹਨਾਂ ਨੂੰ ਬਿਨਾਂ ਕੁਝ ਕਹੇ ਹੀ ਫੋਨ ਕੱਟ ਦਿੱਤਾ। ਹੁਣ ਮੈਂ ਸੱਚ ਦਾ ਪਤਾ ਲਗਾਉਣਾ ਚਾਹੁੰਦੀ ਸੀ ਕਿ ਆਖਿਰ ਸੱਚ ਕੀ ਹੈ ਤੇ ਅੱਜ ਸੱਚ ਸਾਡੇ ਸਾਹਮਣੇ ਆ ਗਿਆ ਸੀ
ਜਿਸ ਮੁੰਡੇ ਨਾਲ ਦੀਦੀ ਦਾ ਚੱਕਰ ਸੀ, ਮੇਰੇ ਭਾਈ ਨੇ ਦੱਸਿਆ ਕਿ ਉਹ ਬਹੁਤ ਹੀ ਅਵਾਰਾ ਮੁੰਡਾ ਹੈ। ਅਗਲੇ ਦਿਨ ਪੇਸ਼ੀ ਸੀ ਤੇ ਮੈਂ ਕੋਰਟ ਵਿੱਚ ਜਾ ਕੇ ਸਾਰਾ ਸੱਚ ਦੱਸ ਦਿੱਤਾ ਸੀ ਤੇ ਜੀਜਾ ਜੀ ਰਿਹਾ ਹੋ ਗਏ ਸਨ ਤੇ ਉਹਨਾਂ ਨੇ ਦੀਦੀ ਨੂੰ ਖੁਦ ਤਲਾਕ ਦੇ ਦਿੱਤਾ। ਕੁਝ ਦਿਨਾਂ ਬਾਅਦ ਮੇਰੇ ਭਾਈ ਨੇ ਮੇਰੀ ਦੀਦੀ ਦਾ ਵਿਆਹ ਉਸਦੇ ਆਸ਼ਕ ਨਾਲ ਕਰਵਾ ਦਿੱਤਾ ਤੇ ਕਿਹਾ ਕਿ ਤੇਰੇ ਨਾਲ ਕੁਝ ਵੀ ਹੋਵੇ ਉਸ ਦੀ ਜ਼ਿੰਮੇਵਾਰ ਤੂੰ ਖੁਦ ਹੋਵੇਂਗੀ ਤੇ ਤੇਰੇ ਲਈ ਇਸ ਘਰ ਦੇ ਦਰਵਾਜ਼ੇ ਹੁਣ ਹਮੇਸ਼ਾ ਲਈ ਬੰਦ ਹੋ ਗਏ ਹਨ। ਪਰ ਕੁਝ ਦਿਨਾਂ ਬਾਅਦ ਹੀ ਉਸ ਲੜਕੇ ਨੇ ਦੀਦੀ ਨੂੰ ਛੱਡ ਦਿੱਤਾ ਤੇ ਦੀਦੀ ਸਾਡੇ ਕੋਲ ਆ ਗਈ। ਮੇਰਾ ਭਾਈ ਉਸ ਨੂੰ ਰੱਖਣ ਲਈ ਤਿਆਰ ਨਹੀਂ ਸੀ, ਪਰ ਮਾਂ ਦੀਆਂ ਮਿੰਨਤਾਂ ਤੋਂ ਬਾਅਦ ਉਸਨੇ ਦੀਦੀ ਨੂੰ ਘਰ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਦੀਦੀ ਹੁਣ ਸਾਡੇ ਘਰ ਵਿੱਚ ਹੀ ਰਹਿੰਦੀ ਹੈ ਤੇ ਉਹਨਾਂ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ।